ਜਮਾਤ ਹੀ ਤੁਸੀਂ ਇੱਕ ਸ਼ਹਬਾਜ਼ ਗਿੱਲ ਨੂੰ ਕੀ ਰੋਂਦੇ ਹੋ? ਤੁਸੀਂ ਪੂਰੀ ਜਮਾਤ ਦੇਖ ਲਓ, ਤੁਸੀਂ ਇਮਰਾਨ ਰਿਆਜ਼ ਦੇਖ ਲਓ, ਸਦੀਕ ਜਾਨ ਦੇਖ ਲਓ, ਤੁਸੀਂ ਇਹਨਾਂ ਨੂੰ ਵੀ ਛੱਡੋ। ਅੱਜ ਇੱਕ ਹੋਰ ਪਾਸੇ ਸਾਲਮ ਰਕਸ਼ਾ ਕਰੋ ਤੇ ਜਾਓ। ਮਤੀਉੱਲਾ ਜਾਨ ਸਾਹਿਬ, ਮੈਂ ਇਸ ਗੱਲ ਤੇ ਬਹੁਤ ਸ਼ਰਮਿੰਦਾ ਵਾਂ। ਕਿਸੇ ਦੌਰ 'ਚ ਮੇਰੇ ਉਹ ਬਹੁਤ ਅੱਛੇ, ਮੈਂ ਉਹਨਾਂ ਨੂੰ ਫਾਲੋ ਕਰਦਾ ਸਾਂ ਔਰ ਉਹ ਮੈਂ ਸਮਝਦਾ ਸਾਂ ਕਿ ਯਾਰ ਬੰਦਾ ਨਾ ਹੱਕ ਸੱਚ ਦੀ ਆਵਾਜ਼। ਮਤੀਉੱਲਾ ਜਾਨ ਸਾਹਿਬ ਨੂੰ ਜਦੋਂ ਠੁੱਡੇ ਪਏ ਨਾ ਪਹਿਲੀ ਦਫਾ ਔਰ ਉਹਨਾਂ ਦੀਆਂ ਨਾਸਾਂ ਔਰ ਮੂੰਹ ਤੇ ਘਸੁੰਨੇ ਮਾਰੇ ਗਏ, ਤੇ ਜਿਹੜੀ ਪਹਿਲੀ ਤਸਵੀਰ ਉਹਨਾਂ ਦੇ ਘਰੋਂ ਆਈ ਸੀ, ਉਹਨਾਂ ਦੀ ਦੀਵਾਰਾਂ ਦਾ ਜਿਹੜਾ ਪੇਂਟ ਸੀ ਨਾ ਦੀਵਾਰਾਂ ਤੇ, ਉਹ ਉਖੜਿਆ ਸੀ। ਜਿਹੜੀ ਵੀਡੀਓ ਮੰਜ਼ਰੇ ਆਮ ਤੇ ਆਈ ਜਿਹਦੇ ਚ ਮਤੀਉੱਲਾ ਜਾਨ ਸਾਹਿਬ ਜਿਸ ਗੱਡੀ ਤੇ ਉਹਨਾਂ ਨੂੰ ਲੈ ਗਏ ਸਨ ਉਹ ਲੈਣਾ ਵੱਲ, ਉਹ ਬੜੀ ਪੁਰਾਣੀ ਔਰ ਖਸਤਾ ਹਾਲ। ਔਰ ਉਸ ਗੱਡੀ ਦੇ ਬਾਰੇ ਚ ਉਹਨਾਂ ਦੇ ਦੋਸਤ ਜਿਹੜੇ ਬਾਕੀ ਸਹਾਬੀ ਨੇ ਉਹ ਫਰਮਾਉਂਦੇ ਨੇ ਕਿ ਜਦੋਂ ਮਤੀਉੱਲਾ ਜਾਨ ਸਾਹਿਬ ਰਾਵਲਪਿੰਡੀ ਤੋਂ ਗੁਜਰ ਖਾਨ ਦੀ ਤਰਫ ਸਫ਼ਰ ਕਰਦੇ ਸਨ ਤੇ ਰਵਾਤ ਔਰ ਮੰਦਰੇ ਦੇ ਦਰਮਿਆਨ ਉਹ ਗੱਡੀ ਖਿਲਰ ਜਾਂਦੀ ਸੀ। ਸੱਜਾ ਟਾਇਰ ਉਹ ਪਿਆ, ਇੰਜਨ ਉਹ ਪਿਆ, ਗੇਅਰ ਬਕਸਾ ਉਹ ਪਿਆ। ਯਾਨੀ ਉਹ ਬੰਦਾ ਸੱਚ ਦੇ ਨਾਲ ਸੀ ਔਰ ਉਹ ਸੱਚ ਦੀ ਕੀਮਤ ਵੀ ਅਦਾ ਕਰ ਰਿਹਾ ਸੀ, ਸੱਚ ਦੀ ਕੀਮਤ ਅਦਾ ਕਰ ਰਿਹਾ ਸੀ। ਫਿਰ ਸਰ ਗੱਲ ਇਹ ਹੈ, ਪੇਟ ਇਨਸਾਨ ਨਾਲ ਲੱਗੇ ਆ, ਜ਼ਰੂਰੀਆਤ। ਜਦੋਂ ਮੈਂ ਦੇਖਦਾ ਵਾਂ ਬਸ ਢੇਲਾ ਸਾਹਿਬ ਮਾਸ਼ਾਅੱਲਾ ਜਨਾਬ ਤਰੱਕੀ ਕਰ ਰਹੇ ਨੇ, ਤੇ ਮੇਰੀ ਵੀ ਥੋੜੀ ਜਿਹੀ ਫਿਰ ਖੁਆਇਸ਼ ਹੁੰਦੀ ਹੈ ਕਿ ਮੈਂ ਵੀ ਥੋੜੀ ਬਹੁਤ ਤਿਆਰ ਇਹਨਾਂ ਨਾਲ ਦੌੜ ਲਾਵਾਂ। ਤੁਸੀਂ ਦੇਖ ਲਓ ਅੱਜ ਮਤੀਉੱਲਾ ਜਾਨ ਸਾਹਿਬ ਦੀ ਗੱਡੀ ਬਦਲ ਗਈ ਹੈ, ਅੱਜ ਮਤੀਉੱਲਾ ਜਾਨ ਸਾਹਿਬ ਦੇ ਵਿਊਜ਼ ਬਦਲ ਗਏ, ਜਿਹੜੇ YouTube ਦੇ ਵਿਊਜ਼ ਹਨ। ਅੱਜ ਮਤੀਉੱਲਾ ਜਾਨ ਸਾਹਿਬ ਦੀ ਟਵੀਟ ਦੀ ਰੀਟਵੀਟਸ ਦੀ ਤਾਦਾਦ ਤੁਸੀਂ ਦੇਖ ਲਓ, ਇੰਪ੍ਰੈਸ਼ਨ ਦੇਖ ਲਓ। ਯਾਨੀ ਉਹਨਾਂ ਨੇ ਆਪਣਾ ਜਿਹੜਾ ਉਹ ਸੱਚ ਦਾ ਬਿਆਨੀਆ ਸੀ ਨਾ, ਉਹ ਪੁਰਾਣੀ ਗੱਡੀ ਔਰ ਇੱਕ ਯਾਨੀ ਇੰਤਹਾਈ ਖਸਤਾ ਹਾਲ ਕਮਰਾ, ਉਹਨੂੰ ਛੋੜ ਕੇ ਫਿਰ ਜ਼ਾਹਿਰ ਹੈ ਸਰ ਉਹ ਤਬਦੀਲੀ ਕਸ਼ਤੀ ਤੇ ਜਦੋਂ ਉਹਨਾਂ ਨੇ ਛਲਾਂਗ ਲਗਾਈ। ਔਰ ਇਹ ਕਸ਼ਤੀ ਉਹੀ ਹੈ ਜਿਹੜੀ ਪਾਣੀ ਚੱਲਣ ਵਾਲੀ ਹੈ, ਕਿਉਂਕਿ ਠੰਡ ਬੜੀ ਜੇ ਕਿਸੇ ਹੋਰ ਪਾਸੇ ਨਾ ਲੈ ਜਾਣਾ। ਤੇ ਇਸੇ ਤਰ੍ਹਾਂ ਸਰ ਪੂਰਾ ਜਿਹੜਾ ਇਹਨਾਂ ਦਾ PTI ਦਾ ਜਿਹੜਾ YouTube ਮੀਡੀਆ ਜਿਹੜਾ ਇਸ ਜਮਾਤ ਨੂੰ ਚਲਾ ਰਿਹਾ, ਜਿਹੜਾ ਇੱਕ ਬਿਆਨੀਆ ਬਣਾ ਰਿਹਾ, ਜਿਹੜੇ ਬੰਦੇ ਬਾਹਰ ਬੈਠੇ ਸਰ ਉਹ $1000 ਮੰਥਲੀ ਕਮਾ ਰਹੇ ਨੇ ਝੂਠ ਵੇਚ ਕੇ। ਸ਼ਹਬਾਜ਼ ਗਿੱਲ ਜਦੋਂ ਇਹ ਦੇਖ ਰਿਹਾ ਸੀ ਕਿ ਬਾਕੀ ਜਮਾਤਾਂ ਜਿਹੜੀਆਂ, ਬਾਕੀ ਜਿਹੜੇ ਯੂਟਿਊਬਰਸ ਹਨ ਮੇਰੇ ਇਲਾਵਾ, ਇਮਰਾਨ ਰਿਆਜ਼ ਅਰਬਪਤੀ ਬਣ ਗਿਆ। ਯਾਨੀ ਤੁਸੀਂ ਇਹ ਦੇਖ ਲਓ ਕਿ 50cc ਮੋਟਰਸਾਈਕਲ ਤੇ ਲਾਹੌਰ ਦੀ ਗਲੀਆਂ ਦੇ ਵਿੱਚ, ਟਕਸਾਲੀ ਦੇ ਵਿੱਚ, ਜਿੱਥੇ ਫੱਜੇ ਦੇ ਪਾਏ ਵਿਕਦੇ ਨੇ, ਉੱਥੋਂ ਇਮਰਾਨ ਰਿਆਜ਼ ਇੱਕ ਖਬਰ ਇੱਥੋਂ ਚੁੱਕ ਕੇ ਉੱਥੇ ਛੱਡ ਆਉਂਦਾ ਸੀ ਤੇ ਆਪਣੀ ਕਮਿਸ਼ਨ ਲੈ ਲੈਂਦਾ ਸੀ। ਤੁਸੀਂ ਸਮਝ ਰਹੇ ਹੋਣੇ ਕਿਹੜੀ ਖਬਰ ਦੀ ਗੱਲ ਕਰ ਰਹੇ ਹਾਂ। ਔਰ ਇਮਰਾਨ ਰਿਆਜ਼ ਅੱਜ ਅਰਬਪਤੀ ਕਿਉਂ ਬਣ ਗਿਆ? ਯਾਨੀ ਅਸੀਂ ਪੁੱਛਦੇ ਹਾਂ ਜੀ ਉਹ ਐਵਨਫੀਲਡ ਦੀ ਮਨੀ ਟ੍ਰੇਲ ਦਿਓ, ਉਹ ਫਲਾਣੀ ਮਨੀ ਟ੍ਰੇਲ ਦੇ ਦਿਓ, ਫਲਾਣੇ ਦੀ ਮਨੀ ਟ੍ਰੇਲ ਦੇ ਦਿਓ, ਲੇਕਿਨ ਇਹਨਾਂ ਲੋਕਾਂ ਕੋਲੋਂ ਕਦੀ ਕਿਸੇ ਪੁੱਛਿਆ ਕਿ ਕੱਲ ਯਾਨੀ ਅੱਜ ਤੋਂ 5-7 ਸਾਲ ਪਿੱਛੇ ਚਲੇ ਜਾਓ, ਇਮਰਾਨ ਰਿਆਜ਼ ਦੇ ਕੋਲ ਕੀ ਸੀ? ਇੱਕ 50cc ਦੀ ਮੋਟਰਸਾਈਕਲ ਸੀ। ਅੱਜ ਇਮਰਾਨ ਰਿਆਜ਼ ਅਰਬਪਤੀ ਕਿਸ ਤਰ੍ਹਾਂ ਬਣ ਗਿਆ? ਆਖਰ ਕਿਹੜਾ ਬਿਜ਼ਨਸ ਇਮਰਾਨ ਰਿਆਜ਼ ਨੇ ਪਾਕਿਸਤਾਨ 'ਚ ਕੀਤਾ ਜੀ? ਕਿਹੜੀ ਜੀ ਚਮੜੇ ਦੀਆਂ ਫੈਕਟਰੀਆਂ ਲਾਈਆਂ ਨੇ ਜਿੱਥੋਂ ਲੈਦਰ ਬਣ ਕੇ ਨਿਕਲਦਾ ਰਿਹਾ ਸੰਧੇਲਾ ਸਾਹਿਬ, ਤੇ ਉਹ ਅੱਜ ਅਰਬਪਤੀ ਬਣ ਗਿਆ ਵਾ। ਤੁਸੀਂ ਦੇਖੋ ਸਦੀਕ ਜਾਨ ਨੂੰ ਦੇਖ ਲਓ, ਜਿਹੜੇ ਪਾਕਿਸਤਾਨ ਵਿੱਚ ਬਹਿ ਕੇ ਜਿਤਨੇ ਯੂਟਿਊਬਰ ਹਨ, ਉਹ ਸਰ ਉਹਨਾਂ ਦੀ ਕਮਾਈ ਦੇ ਵਿੱਚ ਇੱਕਦਮ ਜੰਪ ਕਿਉਂ ਆ ਗਿਆ? ਇਹ ਸਵਾਲ ਜੇ, ਇਹ ਸਵਾਲ ਜ਼ਰੂਰ ਪੁੱਛਿਆ ਕਰੋ, ਬਾਰ-ਬਾਰ ਪੁੱਛਿਆ ਕਰੋ ਕਿ ਯਾਰ ਇਹਨਾਂ ਲੋਕਾਂ ਕੋ, ਇਹਨਾਂ ਨੂੰ ਵੀ ਪੁੱਛੋ ਨਾ, ਇਹਨਾਂ ਨੂੰ ਵੀ ਮਨੀ ਟ੍ਰੇਲ ਦਾ ਪੁੱਛੋ ਯਾਰ ਕਿ ਤੁਹਾਡੇ ਕੋਲ ਪੈਸਾ ਆਇਆ ਕਿੱਥੋਂ ਹੈ? ਕੱਲ ਤੱਕ ਤੁਸੀਂ ਮੋਟਰਸਾਈਕਲ ਦਾ ਤੇਲ ਮੁੱਕਦਾ ਸੀ ਤੇ ਮੋਟਰਸਾਈਕਲ ਨੂੰ ਲੰਮਾ ਪਾ ਕੇ ਪੈਟਰੋਲ ਪੰਪ ਤੱਕ ਲੈ ਕੇ ਜਾਂਦੇ ਸੋ। ਅੱਜ ਤੁਹਾਡੇ ਘਰ ਦੇ ਪੋਰਚ ਦੇ ਵਿੱਚ ਇੰਪੋਰਟਡ ਗੱਡੀਆਂ ਕਿਸ ਤਰ੍ਹਾਂ ਖਲੋਤੀਆਂ, ਕਿੱਥੋਂ ਪੈਸਾ ਆਇਆ? ਲੇਕਿਨ ਜ਼ਾਹਿਰ ਹੈ ਇਹ ਕੋਈ ਨਹੀਂ ਪੁੱਛਦਾ ਤੇ ਸਾਨੂੰ ਵੀ ਕੋਈ ਨਹੀਂ ਲੋੜ, ਚਲੋ ਜਿੰਨਾ ਕੁ ਅਸੀਂ ਪੁੱਛ ਲਿਆ। ਇਹ ਬੁਨਿਆਦੀ ਵਜ੍ਹਾ ਸੀ ਸ਼ਹਬਾਜ਼ ਗਿੱਲ ਦੀ ਕਿ ਜਦੋਂ ਉਹਨੇ ਦੇਖਿਆ ਕਿ ਬਾਕੀ ਲੋਕ ਇਮਰਾਨ ਖਾਨ ਦਾ ਨਾਂ ਵੇਚ ਕੇ, ਨਾਂ ਤੇ ਪ੍ਰੋਡਕਟ ਤੇ ਉਹੀ ਹੈ ਨਾ, ਉਹਨੂੰ ਵੇਚ ਕੇ ਵਿਊਜ਼ ਲੈ ਰਹੇ ਨੇ। ਯਾਨੀ ਜਿਤਨੇ ਵੀਲੌਗ ਗੋਲੀ ਕਿਉਂ ਚਲਾਈ ਤੇ ਇੱਕ ਵੀਲੌਗ ਦਾ ਮੈਂ ਦੇਖ ਰਿਹਾ ਸਾਂ, $5760 ਇੱਕ ਦਿਨ ਵਿੱਚ ਇਮਰਾਨ ਰਿਆਜ਼ ਨੇ ਇੱਕ ਦਿਨ ਦੇ ਵਿੱਚ $5760 ਗਿਣਦਿਆਂ ਸੰਧੇਲਾ ਸਾਹਿਬ ਥੋਕ ਮੁੱਕ ਜਾਂਦਾ ਹੈ। ਆਪ ਵੀ ਯਹੀਂ पे हैं, ਡਾਲਰ ਜਾਂ ਯੂਰੋ। ਅਸੀਂ ਇੱਕ ਦਿਨ ਚ ਇੱਥੇ ਇਕੱਠੇ ਇਹਨੇ ਯੂਰੋ ਨਹੀਂ ਵੇਖੇ ਹੋਣੇ। ਇੱਥੇ 20 ਸਾਲ ਹੋ ਗਏ ਲੋਕਾਂ ਨੂੰ, ਉਹਨਾਂ ਕਿਹਾ ਜੀ ਸਾਰੀ ਜ਼ਿੰਦਗੀ ਚ ਅਸੀਂ 5760 ਯੂਰੋ ਪੂਰੀ ਜ਼ਿੰਦਗੀ ਇਹਦਾ ਅਗਰ ਹਿਸਾਬ ਲਾਈਏ ਪਾਕਿਸਤਾਨੀ ਰੁਪਈਆਂ ਦੇ ਵਿੱਚ ਨਾ, ਤੇ ਕੋਈ 15-16 ਲੱਖ ਰੁਪਈਆ ਇੱਕ ਦਿਨ ਦਾ ਬਣਦਾ।
ਔਰ ਇੱਕ ਦਿਨ ਦਾ 15-16 ਲੱਖ ਬਣਦਾ ਤੇ ਫਿਰ ਇਹਨੂੰ 10 ਦਿਨ ਤੇ ਲੈ ਕੇ ਜਾਓ, ਫਿਰ ਇਹਨੂੰ 30 ਦਿਨ ਤੇ ਲੈ ਕੇ ਜਾਓ, ਤੇ ਫਿਰ ਸਾਲ 'ਚ 365 ਦਿਨ ਤੇ ਲੈ ਕੇ ਜਾਓ। ਹਾਂਜੀ ਹਾਂਜੀ दिन और अंदाजा करो कि अरबपति साल ही बन गए सर। कैलकुलेटर मुक जाएगा, डिजिट खत्म हो जाएंगे ਤੁਹਾਡੇ ਕੋਲ, डिजिट खत्म हो जाएंगे। जितनी दौलत इमरान खान ਦਾ ਨਾਂ ਵੇਚ ਕੇ ਇਹ तमाम यूट्यूबर्स ਕਮਾ ਚੁੱਕੇ ਨੇ ਸਰ। ਰਾਜਾ ਸਾਹਿਬ, ਇੱਕ ਸਵਾਲ ਹੋਰ ਆ ਗਿਆ ਇਹਦੇ ਤੇ ਇੱਥੇ ਹੀ ਖਲੋ ਜਾਓ ਜ਼ਰਾ। ਇਹ ਤੇ ਤੁਸੀਂ ਦੱਸਦਾ ਯੂਟਿਊਬਰਾਂ ਦਾ। ਇੱਕ ਨਵੀਂ ਖਬਰ ਜਿਹੜੀ ਕੱਲ ਆਈ, ਇਹਦੇ ਤੇ ਮੈਂ ਕੱਲ ਵੀਲੌਗ ਵੀ ਕੀਤਾ, ਬਲਕਿ ਉਹ ਬਾਅਦ ਦੇ ਵਿੱਚ ਉਹ ਮੈਂ ਵੇਖਿਆ ਕਾਫੀ ਜਗ੍ਹਾ ਤੇ ਚੋਰਾਂ ਨੂੰ ਮੈਂ ਪੈ ਗਿਆ ਮੋਰ ਦੇ ਹਵਾਲੇ ਨਾਲ ਉਹ ਚਲਦੀ ਵੀ ਰਹੀ। ਤਾਂ ਸਭ ਜਿਹੜੇ ਵਕੀਲ ਨੇ ਇਮਰਾਨ ਖਾਨ ਦੇ ਨਾਲ, ਜਿਹੜੇ ਸੈਨੇਟਰ ਵੀ ਬਣੇ ਨੇ, ਪਾਰਟੀ ਦਾ ਚੇਅਰਮੈਨ ਵਕੀਲ, ਪਾਰਟੀ ਦਾ ਜਨਰਲ ਸੈਕਟਰੀ ਵਕੀਲ, ਕਈ ਸੈਨੇਟਰ ਵਕੀਲ, ਉਸ ਤੋਂ ਬਾਅਦ ਕਈ MNA MPA ਵਕੀਲ, 1 ਅਰਬ ਰੁਪਇਆ 2022 23 ਤੇ 24 ਇਹਨਾਂ 2-2.5 ਸਾਲਾਂ ਦੇ ਵਿੱਚ 1 ਅਰਬ ਰੁਪਇਆ ਵਕੀਲਾਂ ਨੇ ਪਾਕਿਸਤਾਨ ਤਹਿਰੀਕ ਇਨਸਾਫ ਕੋਲੋਂ ਫੀਸ ਲਈ ਹੈ ਸਰ। ਉਹ ਤੇ ਉਹਨਾਂ ਦੇ ਆਪਣੇ ਨੇ, ਤੇ ਇਹ ਮਤਲਬ ਕਿ ਇੱਧਰ ਵੀ ਰੁਪਈਏ ਅਰਬਾਂ ਰੁਪਈਏ ਵਕੀਲ ਵੀ ਖਾਦੀ ਜਾ ਰਹੇ ਨੇ, ਚਲਾਈ ਜਾ ਰਹੇ ਨੇ ਸਰ। ਦੇਖੋ ਨਾ, ਬੇਸਿਕਲੀ ਅਗਰ ਇਸ ਜਮਾਤ ਇਸ ਸਵਾਲ ਦਾ ਜਵਾਬ ਹੈ, ਇਸ ਜਮਾਤ ਦਾ ਸਟਰਕਚਰ ਜਿਹੜਾ ਹੈ ਨਾ, ਉਹ ਸਮਝਣ ਦੀ ਜ਼ਰੂਰਤ ਹੈ। ਸਟਰਕਚਰ ਹੈ ਕੀ ਹੈ? ਸਟਰਕਚਰ ਇਹ ਹੈ ਕਿ ਖਾਨ ਸਾਹਿਬ ਦੀ ਜਿਹੜੀ ਜ਼ਿੰਦਗੀ ਹੈ, ਉਹਨਾਂ ਕੋਲ ਲਾਹੌਰ ਦਾ ਮਕਾਨ ਨਹੀਂ ਸੀ, ਪਲਾਟ। ਉਹਨਾਂ ਵਜ਼ੀਰ ਆਲਾ ਪੰਜਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਨੂੰ ਇੱਕ ਖਤ ਲਿਖਿਆ ਕਿ ਭਾਈ ਜੀ ਮੇਰੇ ਕੋਲ ਰਹਿਣ ਦਾ ਘਰ ਨਹੀਂ, ਮੈਨੂੰ ਪਲਾਟ ਦਿੱਤਾ ਜਾਏ। ਅੱਛਾ, ਅੱਗੇ ਆ ਜਾਓ। ਉਹਨਾਂ ਨੇ 50 ਕਰੋੜ ਰੁਪਇਆ ਮੀਆਂ ਸਾਹਿਬ ਕੋਲੋਂ ਉਦੋਂ ਇਸ ਹਸਪੀਟਲ ਵਾਸਤੇ, ਔਰ ਇਹ ਉਹ ਫਿਗਰ ਦੱਸ ਰਹੇ ਜਿਹੜੇ ਉਹਨਾਂ ਨੇ ਖੁਦ ਤਸਲੀਮ ਕੀਤੇ। ਉਸ ਤੋਂ ਥੋੜਾ ਜਿਹਾ ਹੋਰ ਅੱਗੇ ਆ ਜਾਓ, ਫੱਟੀ ਜਿਹੜੀ ਸ਼ੌਕਤ ਖਾਨਮ ਦੀ ਹੈ, ਉਹ ਮੀਆਂ ਨਵਾਜ਼ ਸ਼ਰੀਫ ਦੇ ਹੱਥ ਹੀ ਲੱਗੀ ਹੈ। ਠੀਕ ਹੋ ਗਿਆ ਜੀ। ਇਹ ਪਾर्टी ਦਾ बुनियादी मकसद नेमल यूनिवर्सिटी के लिए एक 100 एकड़ जमीन शहबाज शरीफ हुकूमत है। यस यस, यानी ਉਹ ਹੈ ਸੀ ਸਰ ਡੰਗ ਟਪਾਓ ਪ੍ਰੋਗਰਾਮ, ਖਾਓ ਪੀਓ ਲੁੱਟਮਾਰ ਕਰੋ। ਉਹਨਾਂ ਨੇ ਉਹਦੇ ਵਾਸਤੇ ਇੱਕ ਸਿਆਸੀ ਹਸਪਤਾਲ ਬਣਾਇਆ ਆਪਣੀ ਸਿਆਸਤ ਨੂੰ ਚਲਾਉਣ ਵਾਸਤੇ। ਉਸ ਹਸਪਤਾਲ ਦਾ ਨਾਂ ਰੱਖਿਆ ਸ਼ੌਕਤ ਖਾਨਮ, ਜਿਹਦੇ ਵਿੱਚ ਪੂਰੇ ਸ਼ਹਿਰ ਦਾ 1-1 ਰੁਪਈਆ ਪਾ ਕੇ ਉਹਨਾਂ ਨੇ ਇੱਕ ਬਿਲਡਿੰਗ ਖੜੀ ਕਰ ਦਿੱਤੀ। ਔਰ ਉਹ ਆਪਣੀ ਆਉਣ ਵਾਲੀ ਨਸਲਾਂ ਵਾਸਤੇ ਇੱਕ ਉਹਨਾਂ ਨੇ ਉਹ ਬਣਾ ਲਿਆ ਜ਼ਰੀਆ ਮੁਆਸ਼। ਉਹੀ ਪੈਸਾ ਤੁਹਾਨੂੰ ਯਾਦ ਹੈ ਖਵਾਜ ਸਾਹਿਬ ਨੇ ਉੱਥੇ ਬੈਠ ਕੇ ਲੰਡਨ ਜਦੋਂ ਗੁਫ਼ਤਗੂ ਹੋ ਰਹੀ ਸੀ, ਉਹਨਾਂ ਕਿਹਾ ਜੀ ਕਿ ਮੈਂ ਇਹਨੂੰ ਪੁੱਛਿਆ ਜਦੋਂ ਕਿ ਬਈ ਉਹ ਪੈਸਾ ਥਾਈਲੈਂਡ ਜਿਸ ਰੂਟ ਤੋਂ ਗਿਆ ਮਸਾਜ ਪਾਰਲਰ ਬਣਾਉਣ ਵਾਸਤੇ, ਯਾਨੀ ਜ਼ਕਾਤ ਤੇ ਪੈਸਾ ਲੈ ਰਹੇ ਨੇ ਮਾਂ ਦੇ ਨਾਂ ਤੇ, ਮਾਂ ਮਰ ਗਈ ਹੈ ਉਹਦੇ ਨਾਂ ਤੇ ਜ਼ਕਾਤ ਤੇ ਇੱਕ ਹਸਪਤਾਲ ਚੱਲ ਰਿਹਾ, ਉਹਦੇ ਵਾਸਤੇ ਪੈਸਾ ਆ ਰਿਹਾ, ਲੋਕਾਂ ਦੇ ਸਦਕਾਤ ਖੈਰਾਤ ਆ ਰਹੇ। ਉਹ ਪੈਸਾ ਥਾਈਲੈਂਡ ਭੇਜਤਾ, ਮਸਾਜ ਪਾਰਲਰ ਦੀ ਇਨਵੈਸਟਮੈਂਟ ਤੇ ਲਾਤਾ। ਹਾਂਜੀ 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 ਹਾਂਜੀ, ਤੁਸੀਂ ਮੁਸਕਰਾ ਰਹੇ ਹੋ। ਮੈਂ ਮਜਬੂਰ ਜੇ ਬੜਾ, ਅੱਜ ਮੇਰਾ ਬੜਾ ਦਿਲ ਸੀ ਤੁਹਾਡੇ ਨਾਲ ਖੁੱਲ ਕੇ ਗੱਲਾਂ ਕਰਨ ਦੇ, ਲੇਕਿਨ ਮੈਂ ਬਸ ਮੈਂ ਕੀ ਦੱਸਾਂ। ਇੱਕ ਪਾਸੇ ਭਾ ਬੈਠਾ, ਇੱਕ ਪਾਸੇ ਦੂਜਾ ਭਾ ਬੈਠਾ, ਫਿਰ ਜ਼ਾਹਿਰ ਹੈ ਇਤਿਹਾਸ। यानी मैं वो मतलब काफ़ी सारी गुफ्तगू है, क्योंकि मैनू तकरीबन 6-7 महीने हो गए ना यूट्यूब वाला काम जिहड़ा है ना, वो अपना चैनल तो खैर अजे वो मैं और शहजाद साहब कुछ मसरूफीयत को तबीयत की वजह तो बंद सी, ते अज दिल बड़ा सी तुहाडे नाल खुल के बोलण दा, लेकिन मैं मजबूर हाँ बस। तो वो सर पैटर्न जिहड़ा है ना, वो पैटर्न है सी कि आवाम का पैसा उन्होंने यूटिलाइज किस तरह करना मैं अपनी सियासी मकासद वास्ते। ਉਹੀ सर जी सारे दाव दा लगे ने। ਉਸੇ ਤਰ੍ਹਾਂ ਅੱਗੇ ਤੁਸੀਂ ਦੇਖ ਲਓ ਵਕਲਾ ਨੇ ਜਿਹੜੇ, ਅੱਛਾ ਅੱਜ ਤੋਂ 1.5 ਸਾਲ ਪਿੱਛੇ ਚਲੇ ਜਾਓ, ਇਹਨਾਂ ਵਕੀਲਾਂ ਚੋਂ ਕਿਸੇ ਦਾ ਤੁਸੀਂ ਨਾਂ ਸੁਣਿਆ ਸੀ? ਨਹੀਂ ਭੈਣ ਚੋਦਾ ਦਾ ਨਾਂ ਤੁਸੀਂ ਸੁਣਿਆ ਸੀ? ਮੈਨੂੰ ਸਿਰਫ ਇੰਤਜ਼ਾਰ ਤੇ ਨਹੀਂ ਸੁਣਿਆ ਸੀ, ਇਹਦਾ ਤਾਂ ਬਿਲਕੁਲ ਸੁਣਿਆ ਸੀ ਨਹੀਂ। ਸਾਰੇ ਉਹਨਾਂ ਦੀ ਕੌਮ ਹੈ, ਇਹ ਕਾਸਟ ਮੈਂ ਉਹਨਾਂ ਦੀ ਦੱਸ ਰਿਹਾ। ਪੰਚੋਦਾ ਜੀ ਜੀ। ਹੁਣ ਪ੍ਰੋਨਾਂਸੀਏਸ਼ਨ ਮੇਰੇ ਅਕਸਰ ਡੀ ਫਸ ਜਾਂਦਾ ਇੱਥੇ ਦੰਦਾਂ ਦੇ ਵਿੱਚ, ਹਰ ਬੰਦੇ ਦੀ ਪ੍ਰੋਨਾਂਸੀਏਸ਼ਨ ਆਪਣੀ ਹੁੰਦੀ। यानी ਉਹਦਾ ਭਾਈ ਇੱਕ ਇੰਤਜ਼ਾਰ ਹੁਸੈਨ, ਮੈਂ ਹੁਣ ਨਹੀਂ ਕਹਿੰਦਾ ਫਿਰ ਤੁਸੀਂ ਕਹੋਗੇ ਇਹ ਵਕੀਲ ਕਦੀ ਤੁਸੀਂ ਸੁਣੇ ਸਨ। ਚਲੋ ਲਤੀਫ ਖੋਸਾ ਤੇ ਅਸਾਂ ਸੁਣਿਆ ਸੀ ਕਿ ਉਹ ਜਨਾਬ ਪੀਪਲਸ ਪਾਰਟੀ ਦੇ ਦੌਰ ਵਿੱਚ ਗਵਰਨਰ ਰਿਹਾ ਸੀ। ਲਤੀਫ ਪਾਕਪਤਨ ਵਾਲਾ ਵੀ ਅਸਾਂ ਸੁਣ ਲਿਆ ਕਿ ਜਿਹੜਾ ਉੱਥੇ ਸਿੰਗਲ ਵਿਕਟ ਫਲੱਡ ਲਾਈਟ ਟੂਰਨਾਮੈਂਟ ਦਾ ਅੰਪਾਇਰ ਸੀ। ਲੇਕਿਨ ਅਸਾਂ ਇਹ ਜਿੰਨੇ ਵਕੀਲ ਨੇ ਅੱਜ, यानी तुसी वो जिहड़ी वो मिशाल यूसुफ ज़ई है KPK दी गोगी नंबर 2, ਉਹਦਾ ਨਾਂ ਕਦੀ ਸੁਣ, यानी ये ਵਕਲਾ ਕਿੱਥੋਂ ਆਏ ਨੇ ਆਖਰ? ਇਹ ਪਹਿਲਾਂ ਮੌਜੂਦ ਸਨ, ਇਸੇ ਸਿਸਟਮ ਵਿੱਚ ਮੌਜੂਦ ਸਨ, ਇਹ ਇੱਕਦਮ ਬਾਹਰ ਆ ਗਏ ਨੇ। ਇਹ ਸਲਮਾਨ ਅਕਰਮ ਰਾਜਾ ਦੀ ਸ਼ੋਹਰਤ ਸੀ ਸਿਰਫ ਇੱਕ ਵਕੀਲ ਹੈ। ਤੁਸੀਂ ਇਹ ਵੇਖੋ ਕਿ ਇਹਨਾਂ ਨੇ ਜਨਾਬ ਆਪਣੀਆਂ ਨਸ਼ਿਸਤਾਂ ਵੀ ਪੱਕੀਆਂ ਕਰ ਲਈਆਂ, ਆਪਣੀ ਜਨਾਬ ਆਲਾ ਕੌਮੀ ਅਸੈਂਬਲੀ ਵੀ ਇੰਜੋਏ ਕਰ ਰਹੇ। ਮੈਨੂੰ ਦੱਸੋ ਨਾ ਆਂਦੇ ਨੇ ਗੋਲੀ ਕਿਉਂ ਚਲਾਈ? क्या उस तो बाद किसी MNA ने इस्तीफा दिता? किसी ने कहा असी इस रियासत को तनख्वाह नहीं लैनी,
ਅਸੀਂ ਜਿਹੜੀ ਗੱਡੀਆਂ ਲੈ ਰਹੇ ਹਾਂ ਰਿਆਸਤ ਪਾਕਿਸਤਾਨ ਕੋਲੋਂ ਉਹ ਅਸੀਂ ਹੁਣ ਨਹੀਂ ਚਲਾਣੀਆਂ ਕਿਉਂਕਿ ਸਾਡੇ ਤੇ ਗੋਲੀ ਚੱਲੀ ਹੈ ਜੀ, ਸਾਡੇ ਵਰਕਰ ਮਾਰੇ ਨੇ, ਲਿਹਾਜ਼ਾ ਅਸੀਂ ਉਸ ਇhtਜਾਜ ਦੇ ਵਿੱਚ ਰਿਆਸਤ ਕੋਲੋਂ ਕੋਈ ਬੈਨੀਫਿਟ ਨਹੀਂ ਲਵਾਂਗੇ। ਉਹ ਸਾਰੇ ਬੈਨੀਫਿਟ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ, ਸਰ ਹਕੀਕਤ ਪਤਾ ਹੈ, ਅਗਰ ਇਤਨੇ ਵੱਡੇ ਪੈਮਾਨੇ ਤੇ ਉੱਥੇ ਗੋਲੀ ਚੱਲੀ ਹੁੰਦੀ ਸੰਧੇਲਾ ਸਾਹਿਬ ਤੇ ਵਾਕਈ ਇਨਕਲਾਬ ਆ ਜਾਣਾ ਸਾਜੇ। ਅਗਰ ਜਿਸ ਤਰ੍ਹਾਂ ਇਹ ਕਹਿ ਰਹੇ ਨੇ 1500 ਬੰਦਾ ਮਰਿਆ, ਉਹ ਘਟਾਉਂਦੇ ਆਖਰ ਤੇ ਰਹਿ ਗਈਆਂ 12 ਲਾਸ਼ਾਂ। ਅੱਛਾ, ਉਹ 12 ਵਿੱਚੋਂ ਵੀ ਇੱਕ ਜਿਹੜਾ ਸੀ ਉਹ ਮੁਸਲਿਮ ਲੀਗ ਨੂਨ ਦਾ ਜ਼ਿੰਦਾ ਹੋ ਕੇ ਬੋਲ ਪਿਆ, ਉਹਨੇ ਕਿਹਾ ਭਾਈ ਜੀ ਇਹ ਮੇਰਾ ਨਾਂ ਲਿਖਿਆ ਜੇ, ਇਹ 12 ਨੰਬਰ ਲਾਸ਼ ਮੈਂ ਜੇ, ਪਿੱਛੇ ਰਹਿ ਗਈਆਂ 11 ਲਾਸ਼ਾਂ। ਅੱਛਾ, ਉਹ ਵੀ ਇੱਕ ਕਰਦਿਆਂ, ਯਾਨੀ ਅੱਜ ਤੱਕ ਨਾ ਉਹਨਾਂ ਚੋਂ ਕਿਸੇ ਦਾ ਨਾਂ ਸਾਹਮਣੇ ਆਇਆ, ਕਿਸੇ ਇੱਕ ਲਾਸ਼ ਦਾ ਮੈਨੂੰ ਦੱਸੋ ਕੋਈ ਨਾਂ ਪਤਾ ਬਲਦੀਅਤ ਕਿਸੇ ਦੱਸਿਆ ਹੋਵੇ ਇਹ ਜਨਾਬ ਬੰਦਾ ਜੇ ਮਰ ਗਿਆ ਜੇ। ਮੈਂ ਨਹੀਂ ਕਹਿੰਦਾ ਕਤਲ ਨਹੀਂ ਹੋਏ ਲੋਕ ਉੱਥੇ, ਜਦੋਂ ਭਗਦੜ ਮਚਿਆ, ਜਦੋਂ ਮੋਹਤਰਮਾ ਪਿੰਕੀ ਪੀਰਨੀ ਸਾਹਿਬਾ ਦੌੜੀ ਨੇ ਜਨਾਬ, ਦੂਸਰੀ ਦਫਾ ਦੌੜੀ ਨੇ ਅਲੀ ਅਮੀਨ ਗੰਡਾਪੁਰ ਦੇ ਨਾਲ, ਪਹਿਲੀ ਦਫਾ ਦੌੜੀ ਨੇ, ਇੱਕ ਹੀ ਦਫਾ ਵਾਕਿਆ ਹੋਇਆ ਹੈ, ਤੁਸੀਂ ਦੋ ਦਫਾ ਕਿਉਂ ਵਾਕਿਆ ਪਾ ਇਹ ਅਗਲੀ ਵਾਰ ਅੱਜ ਨਹੀਂ ਹੋਇਆ ਗੱਲ, ਅੱਜ ਨਹੀਂ ਛੀਮਿਆ, ਅੱਜ ਨਹੀਂ ਉਹ ਨਹੀਂ ਛੀਮਿਆ, ਅੱਜ ਨਹੀਂ। ਉਹ ਸਰ ਇਹ बेसिकली वो एक यानी वो कहते हैं ना कि असी कि दुनिया में 2 किस्म के लोग कामयाब हैं, हाँ जी, एक वो ऐसे अफराद ने, एक वो सारी पार्टी वो पहला जिहड़ा फुद्दू जिन्हों असी कहते हैं ना वो वाली ओहदे ते सर इहदी इमारत खड़ी है, लीडर ने मतलब ओहदा घर अपना है, वो जिहड़ा बनी गल है वो जमाइमा ने गिफ्ट किया है सर, की बनी गाला किने दिता है, मैंने दसो। ਉਹ ਤੇ ਉਹਨਾਂ ਨੇ ਆਪਣੇ ਗੋਸ਼ਵਾਰੇ 'ਚ ਲਿਖਿਆ ਹੈ ਨਾ ਕਿ ਮੇਰੀ ਜਿਹੜੀ ਸਾਬਕ ਵਾਈਫ ਹੈ ਉਹ ਮੈਨੂੰ ਗਿਫਟ ਕਰਕੇ ਗਈ ਘਰ, ਯਾਨੀ ਪਲਾਟ ਨਵਾਜ਼ ਸ਼ਰੀਫ ਨੇ ਦਿੱਤਾ ਹੈ, ਬਨੀ ਗਾਲਾ ਵਾਲਾ ਘਰ ਜਿਹੜਾ ਵਾ ਉਹ ਜਮਾਇਮਾ ਨੇ ਦਿੱਤਾ ਹੈ, ਹਕੂਮਤ ਬਾਜਵੇ ਨੇ ਦੇ ਦਿੱਤੀ ਸੀ, ਤੇ ਆਖਰੀ ਬੁੱਢੀ ਜਿਹੜੀ ਉਹ ਖਬਰ ਮਾਨੀਕਾ ਦੇ ਦਿੱਤੀ ਸੀ, ਉਹ ਖਬਰ ਮਾਨੀਕਾ ਨੇ ਦੇ, ਉਹ ਬੈਂਟਲੇ ਲੈ ਕੇ ਉਹਨਾਂ ਬੁੱਢੀ ਦੇ ਦਿੱਤੀ। ਯਾਨੀ ਅਸਲ ਹਕੀਕਤ ਤੇ ਇਹ ਹੈ ਨਾ ਸਰ ਇਸ ਪਾਰਟੀ ਦੀ। ਤੇ ਫਿਰ ਉਹ ਤੁਸੀਂ ਕਿਸ ਤਰ੍ਹਾਂ ਸਵਾਲ, ਜਦੋਂ ਉਹ ਹੈ ਹੀ ਦਾਓ ਦਾ ਨੇ ਇੱਕ ਦੂਜੇ ਨੂੰ, ਯਾਨੀ ਸੰਧੇਲਾ ਸਾਹਿਬ ਉਹ ਹੈ ਹੀ ਇੱਕ ਦੂਸਰੇ ਨੂੰ ਦਾ ਤੇ ਨੇ, ਲੁੱਟਮਾਰ ਪ੍ਰੋਗਰਾਮ ਤੇ ਨੇ, ਤੇ ਇਹ ਉਹਨਾਂ ਦਾ ਹੱਕ ਬਣਦਾ ਹੈ। ਯਾਨੀ ਤੁਸੀਂ ਇਹ ਦੇਖੋ ਕਿ ਕੱਲ ਸਰ ਆਇਆ 65 ਬਿਲੀਅਨ ਰੁਪਏ ਜਿਹੜਾ KPK ਗਵਰਨਮੈਂਟ ਜਿਹੜੀ ਹੈ ਸਰ ਜੀ ਉਹ ਖੁਰਦ-ਬੁਰਦ ਆਇਆ 65 ਬਿਲੀਅਨ ਰੁਪਏ ਦਾ ਖੁਰਦ-ਬੁਰਦ KPK ਗਵਰਨਮੈਂਟ। ਅੱਛਾ, ਅੱਜ ਦੀ ਸੁਣ ਲਓ, ਅੱਜ ਦੀ ਜਨਾਬ ਇਹ ਹੈ ਕਿ 10 ਬਿਲੀਅਨ ਯਾਨੀ 10 ਬਿਲੀਅਨ ਦੀ ਗੰਦਮ ਉਹ ਪਈ ਸੜ ਗਈ ਹੈ। ਯਾਨੀ ਉਸ ਵਜ਼ੀਰੇ ਆਲਾ ਨੂੰ ਕਿਸੇ ਦੀ ਬੁੱਢੀ ਨੂੰ ਦੌੜਾਉਣ 'ਚ ਫੁਰਸਤ ਹੈ ਸੀ, ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਗੋਦਾਮਾਂ ਜਿਹੜੀ ਗੰਦਮ ਪਈ ਹੈ ਉਹ ਯਾਰ ਉਹ ਕਿਸੇ ਗਰੀਬ ਦੇ ਮੂੰਹ 'ਚੋਂ ਆਟਾ ਜਾਏ। ਔਰ ਗਰੀਬ ਤਰੀਨ ਸੂਬਾ, ਯਾਨੀ ਤੁਸੀਂ ਇਹ ਦੇਖੋ ਕਿ ਉਹਦੇ ਟੈਕਸ ਦੇ ਪੈਸਿਆਂ ਨਾਲ ਹੋ ਕੀ ਰਿਹਾ ਹੈ, ਖੇਡ ਕੌਣ ਰਿਹਾ ਹੈ, ਇਹੀ ਸਾਰੇ ਵਕਲਾ बैठे ने पार्टी ਨੂੰ ਚਲਾ ਰਹੇ ਨੇ, ਖਾ ਰਹੇ ਨੇ, ਕਿਉਂਕਿ ਖੁਦ ਖਾਨ ਸਾਹਿਬ ਦਾ ਆਲੇ ਸਨ ਨਾ, ਤੇ ਅੱਗੋਂ ਫਿਰ ਉਹਨਾਂ ਨੂੰ ਦਾਲ ਹੀ ਲੱਭਣੇ ਸਨ। ਭਾਵਰਾ ਮੇਰੇ ਹਾਲ ਘੂਰ ਕੇ ਵੇਖਿਆ। ਬਸ ਤੁਸੀਂ ਹੁਣ ਫਿਰ ਮੈਨੂੰ ਪਤਾ ਇਸ ਗੱਲ ਦਾ, ਤੁਹਾਡਾ ਟਾਈਮ ਹੀ ਹੈ, ਤੁਸੀਂ ਬੈਠੇ ਹੋ ਜਿੱਥੇ ਹੈ, ਤੁਸੀਂ ਆਪਣੀ ਤਕਰੀਰ ਕਰੀਏ ਕਰੋ, ਲੇਕਿਨ ਮੇਰੀ ਵਜ੍ਹਾ ਨਾਲ ਨਾ ਉਹ ਸਨਾਟਾ ਜਿਹਾ ਹੋ ਗਿਆ ਦੋਸਤ ਜੀ, ਮੈਂ ਸਮਝ ਰਿਹਾ, ਮੈਂ ਉਹਨਾਂ ਨੂੰ ਡਿਸਟਰਬ ਕਰ ਰਿਹਾ, ਲੇਕਿਨ ਤੁਹਾਨੂੰ ਮੈਂ ਤੁਹਾਡੀ ਵੀ ਮਜਬੂਰੀ ਸਮਝ ਰਿਹਾ। ਮੈਨੂੰ ਸਿਰਫ ਤੁਸੀਂ 30 ਸੈਕਿੰਡ ਹੋਰ ਦੇ ਦਿਓ, ਉਸ ਤੋਂ ਬਾਅਦ ਤੁਸੀਂ ਇਹਨੂੰ ਅਸੀਂ ਕਲੋਜ਼ ਕਰਾਂਗੇ। ਤੁਸੀਂ ਕੰਪਨੀ ਕਰੋ ਅੱਜ ਦੀ ਜਿਹੜੀ ਮਹਿਫਲ ਚਾਹੇ ਉਹ ਮਹਿਫਲ ਨੂੰ ਤੁਸੀਂ ਕੈਰੀ ਔਨ ਕਰੋ। ਸਿਰਫ ਮੈਨੂੰ ਇੰਨਾ ਦੱਸ ਦਿਓ ਕਿ ਸਾਡੇ ਇਖਤਲਾਫਾਤ ਹੋ ਸਕਦੇ ਨੇ, ਮੇਰੇ ਵੀ ਸਨ, ਤੁਹਾਡੇ ਖੁਦ ਬੜੇ ਜ਼ਿਆਦਾ ਇਖਤਲਾਫਾਤ ਸਨ ਪਾਕਿਸਤਾਨ ਦੇ ਫੌਜ ਦੇ ਕੁਝ ਕਿਰਦਾਰਾਂ ਨਾਲ, ਅਗਰ ਮੈਂ ਗਲਤ ਨਹੀਂ ਤੇ ਪਾਕ ਫੌਜ ਨਾਲ ਤੁਹਾਡਾ ਤਾਂ ਕੋਈ ਇਖਤਲਾਫ ਨਹੀਂ ਸੀ, ਕਿਰਦਾਰਾਂ ਨਾਲ। ਲੇਕਿਨ ਕਿਆ ਅਸੀਂ ਉਹਨਾਂ ਕਿਰਦਾਰਾਂ ਨਾਲ ਇਖਤਲਾਫ ਕਰਦੇ ਹੋਏ ਆਪਣੇ ਉਹਨਾਂ ਜਵਾਨਾਂ ਦੀ ਜਿਹੜੀ ਸ਼ਹਾਦਤ ਤੇ ਉਹਨਾਂ ਦੀਆਂ ਜਿਹੜੇ ਮਤਲਬ ਕਿ ਜੋ ਵੀ ਹੁੰਦਾ ਹੈ, ਖਾਸ ਤੌਰ ਤੇ ਜਦੋਂ ਹੁਣ ਸਾਰਾ ਕੁਝ ਹੋ ਰਿਹਾ ਹੈ ਔਰ ਜੋ ਇਹ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਅਫਗਾਨਿਸਤਾਨ ਦੇ ਮਾਮਲੇ ਦੇ ਵਿੱਚ ਲੈ ਕੇ ਉਹਨੇ ਕਿਹਾ ਜੀ ਕਿ ਅਫਗਾਨਿਸਤਾਨ ਤੇ ਹਮਲਾ ਹੋ ਗਿਆ ਤੇ ਖਾਨ ਸਾਹਿਬ ਬੜੇ ਡਿਸਟਰਬ ਨੇ ਕਿ ਪਾਕਿਸਤਾਨ 에ਅਰ ਫੋਰਸ ਨੇ ਹਮਲਾ ਕਰਕੇ ਬੜੀ ਜ਼ਿਆਦਤੀ ਕੀਤੀ ਹੈ। ਉਸ ਤੋਂ ਇੱਕ ਦਿਨ ਪਹਿਲੇ ਸਾਡੇ 16 ਜਵਾਨ ਉਹਨਾਂ ਅਫਗਾਨੀਆਂ ਸ਼ਹੀਦ ਕੀਤੇ, ਉਹਨਾਂ ਦੇ ਬਾਰੇ ਗੱਲ, ਉਹਦੇ ਬਾਰੇ ਅਗਰ ਕੁਝ